ਹਰ ਹੱਥੀਂ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ। ਜੀ ਹਾਂ, ਇਸ ਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਜਦੋਂ ਤੁਸੀਂ ਆਪ ਮਿਹਨਤ ਕਰਨ ਵਾਲੇ ਪਾਸਿਓਂ ਹਟ ਜਾਓਗੇ, ਜਦੋਂ ਆਪ ਚਾਹੇ ਖੇਤੀਬਾੜੀ ਨਾਲ ਜੁੜੇ ਹੋ, ਚਾਹੇ ਕੋਈ ਵੀ ਕਿਰਤ ਕਰਨ ਵਾਲੇ ਹੋ, ਜਦੋਂ ਤੁਸੀਂ ਆਪਣੇ ਹੱਥੀਂ ਕੰਮ ਕਰਨ ਨੂੰ ਹਟ ਜਾਓਗੇ ਤੇ ਜਦੋਂ ਤੁਸੀਂ ਦੂਸਰਿਆਂ ਦੇ ਆਸਰੇ ਚੱਲੋਗੇ, ਉਦੋਂ ਕਦੇ ਵੀ ਕੋਈ ਚੀਜ਼ ਜਿਹੜੀ ਆ ਉਹ ਕਾਮਯਾਬੀ ਵਾਲੇ ਪਾਸੇ ਤੁਹਾਨੂੰ ਲਿਜਾ ਹੀ ਨਹੀਂ ਸਕਦੀਗੀ। ਔਰ ਇਦਾਂ ਹੀ ਹੁੰਦਾ ਰਿਹਾ ਕਿ ਜਿਹੜੇ ਲੋਕਾਂ ਨੂੰ ਅਸੀਂ ਦੇਖਦੇ ਸਾਂ ਪਹਿਲਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ, ਉਹ ਲੋਕ ਸਵੇਰ ਤੋਂ ਸ਼ਾਮ ਤੱਕ ਆਪਣੇ ਖੇਤਾਂ ਦੇ ਵਿੱਚ ਆਪਦੀ ਖੇਤੀ ਦੇ ਵਿੱਚ ਮਿਹਨਤ ਕਰਦੇ ਸੀਗੇ ਔਰ ਇੰਨੀ ਕੁ ਮਿਹਨਤ ਕਰਦੇ ਸੀ ਕਿ ਪੂਰਾ ਪਰਿਵਾਰ ਉਸ ਦੇ ਨਾਲ ਜੁੜਿਆ ਹੁੰਦਾ ਸੀ, ਕਿਉਂਕਿ ਪੂਰੇ ਪਰਿਵਾਰ ਦਾ ਜਿਹੜਾ ਦਾਰੋਮਦਾਰ ਸੀਗਾ ਖੇਤੀ ਤੋਂ ਹੀ ਕਮਾਈ ਕਰਨ ਵਾਲਾ ਹੁੰਦਾ ਸੀਗਾ। ਪਰ ਉਹ ਵੀ ਵੇਖਿਆ ਉਸ ਵੇਲੇ ਕਿ ਸਵੇਰ ਵੇਲੇ ਜਿਹੜਾ ਸੀਗਾ ਬਲਦਾਂ ਦੀ ਜੋਗ ਲੈ ਕੇ ਖੇਤ ਜਾਇਆ ਜਾਂਦਾ ਸੀਗਾ ਔਰ ਸਵੇਰੇ ਸਵੇਰੇ ਬਲਦਾਂ ਦੀਆਂ ਟੱਲੀਆਂ ਦੀ ਆਵਾਜ਼ ਕੰਨਾਂ ਵਿੱਚ ਗੂੰਜਦੀ ਸੀ ਔਰ ਖੇਤਾਂ ਵਿੱਚ ਹਲ ਵਾਹੁੰਦੇ ਸੀਗੇ। ਛਾਹ ਵੇਲਾ ਉੱਥੇ ਪਹੁੰਚਦਾ ਸੀ, ਲੌਢਾ ਵੇਲਾ ਉੱਥੇ ਪਹੁੰਚਦਾ ਸੀਗਾ ਤੇ ਆਥਣ ਵੇਲੇ ਜਦੋਂ ਘਰ ਬਲਦਾਂ ਦੀ ਜੋਗ ਲੈ ਕੇ ਉਵੇਂ ਟੱਲੀਆਂ ਖੜਕਦੀਆਂ ਨਾਲ ਕਿਸਾਨ ਘਰ ਆਉਂਦਾ ਸੀ ਤੇ ਪਤਾ ਲੱਗਦਾ ਸੀਗਾ ਕਿ ਵਾਕਿਆ ਹੀ ਇੱਕ ਮਿਹਨਤਕਸ਼ ਜੱਟ ਹੈ, ਇੱਕ ਮਿਹਨਤਕਸ਼ ਇਨਸਾਨ ਹੈ ਜਿਹਨੇ ਆਪਦੇ ਖੇਤਾਂ ਵਿੱਚ ਮਿਹਨਤ ਕੀਤੀ ਤੇ ਫਿਰ ਮਿਹਨਤ ਦਾ ਮੁੱਲ ਵੀ ਮਿਲਦਾ ਸੀ। ਇਹ ਨਹੀਂ ਸੀ ਕਿ ਉਹ ਘਰ ਆ ਕੇ ਬਹਿ ਜਾਂਦਾ ਸੀਗਾ, ਘਰ ਆ ਕੇ ਤਾਂ ਫਿਰ ਉਹ ਪੱਠੇ ਵੀ ਲੈ ਕੇ ਆਉਂਦਾ ਸੀਗਾ। ਫਿਰ ਦੋ ਬਲਦਾਂ ਵਾਲਾ ਗੱਡਾ ਜੋੜਿਆ ਹੁੰਦਾ ਸੀਗਾ, ਪੱਠੇ ਉੱਤੇ ਲਿਆਂਦੇ ਜਾਂਦੇ ਸੀ, ਘਰ ਲਿਆ ਕੇ ਕੁਤਰੇ ਜਾਂਦੇ ਸੀ, ਪਸ਼ੂਆਂ ਨੂੰ ਪਾਏ ਜਾਂਦੇ ਸੀ, ਪਸ਼ੂਆਂ ਨੂੰ ਪਾਣੀ ਪਿਆਇਆ ਜਾਂਦਾ ਸੀਗਾ, ਘਰ ਦੀ ਸਵਾਣੀ ਵੀ ਨਾਲ ਮਦਦ ਕਰਦੀ ਸੀ। ਤੇ ਫਿਰ ਹੁੰਦਾ ਕੀ ਸੀਗਾ, ਫਿਰ ਦੁੱਧ ਚੋਣ ਤੱਕ ਜਿਹੜੇ ਕੰਮ ਸੀ ਉਹ ਚੱਲਦੇ ਰਹਿੰਦੇ ਸੀ ਮਿਹਨਤ ਵਾਲੇ। ਔਰ ਫਿਰ ਉਸ ਤੋਂ ਬਾਅਦ ਜਾ ਕੇ ਘਰ ਦੀ ਪੱਕੀ ਜਿਹੜੀ ਨਸੀਬ ਹੁੰਦੀ ਸੀ। ਇਹ ਸਿਰਫ ਮਿਹਨਤਕਸ਼ ਲੋਕਾਂ ਦੀ ਉਸ ਵੇਲੇ ਮਿਸਾਲ ਸੀ। ਪਰ ਉਸ ਵੇਲੇ ਵੀ ਤੇ ਅੱਜ ਦੇ ਦੌਰ ਵਿੱਚ ਵੀ ਜਿਨ੍ਹਾਂ ਨੇ ਖੇਤੀ ਵੱਲ ਧਿਆਨ ਨਹੀਂ ਦਿੱਤਾ, ਜਿਹੜੇ ਹੁਣ ਖੇਤੀ ਨੂੰ ਉਸ ਤਰੀਕੇ ਜੌਬ ਸਮਝਦੇ ਹੀ ਨਹੀਂ, ਕੰਮ ਸਮਝਦੇ ਨਹੀਂ, ਖੇਤੀ ਹੋਈ ਵੀ ਉਹਨਾਂ ਦੀ ਫੇਲ ਆ। ਤੇ ਫਿਰ ਇਹੋ ਜਿਹੇ ਲੋਕਾਂ ਦੇ ਕੋਲੇ ਧਾਰਨਾ ਹੁੰਦੀਆਂ ਨਾ ਜੀ ਖੇਤੀ ਵਿੱਚ ਤਾਂ ਕੁਛ ਨਹੀਂ ਪਿਆ, ਖੇਤੀ ਤਾਂ ਫੇਲ ਧੰਦਾ ਆ। ਪਰ ਸੋਚੋ ਜਰਾ, ਜਿਹੜੇ ਅੱਜ ਵੀ ਕਿੱਲੇ 2 ਕਿੱਲਿਆਂ ਦੇ ਵਿੱਚੋਂ ਲੱਖਾਂ ਦੀ ਕਮਾਈ ਕਰਦੇ ਪਏ ਆ, ਕਦੇ ਉਹਨਾਂ ਨੂੰ ਵੀ ਪੁੱਛ ਵੇਖਿਆ ਕਰੋ ਕਿ ਉਹ ਖੇਤੀ ਕਿਹੜੇ ਢੰਗ ਨਾਲ ਕਰਦੇ ਪਏ ਆ, ਕਿਉਂਕਿ ਉਹ ਆਪ ਵਿੱਚ ਲੱਗੇ ਹੋਏ ਆ। ਤੁਸੀਂ ਜੀ 1 ਕਿੱਲਾ 2 ਕਿੱਲੇ ਭਾਵੇਂ 10 ਕਿੱਲੇ ਵੀ ਹੁਣ ਤੁਸੀਂ ਤਾਂ ਵੀ ਰੱਜਵੀਂ ਰੋਟੀ ਨਹੀਂ ਖਾ ਸਕਦੇ। ਕਾਰਨ ਪਤਾ ਕੀ ਆ, ਤੁਸੀਂ ਕਿਸੇ ਦੇ ਦੂਸਰੇ ਦੇ ਆਸਰੇ ਛੱਡੀ ਹੋਈ ਆ ਵੀ ਚਲੋ ਕੋਈ ਨਹੀਂ, ਸੀਰੀ ਜਾ ਕੇ ਪਾਣੀ ਲਾਊਗਾ, ਸੀਰੀ ਜਾ ਕੇ ਖੇਤ ਵੇਖ ਆਊਗਾ, ਸੀਰੀ ਜਾ ਕੇ ਸਪਰੇਅ ਕਰ ਆਊਗਾ। ਇੱਦਾਂ ਨਹੀਂ ਹੁੰਦਾ ਗਾ। ਜਿੰਨਾ ਚਿਰ ਤੁਸੀਂ ਖੇਤੀ ਨੂੰ ਵੀ ਜੌਬ ਨਹੀਂ ਸਮਝੋਗੇ, ਉੱਥੇ ਜਾ ਕੇ ਤੁਸੀਂ ਆਪ ਨਹੀਂ ਦੇਖ ਰੇਖ ਕਰੋਗੇ, ਨਿਗਰਾਨੀ ਨਹੀਂ ਕਰੋਗੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੀ ਖੇਤੀ 'ਚ ਕਿਹੜੀ ਚੀਜ਼ ਦੀ ਘਾਟ ਹੈ, ਕਿਹੜੀ ਚੀਜ਼ ਉੱਥੇ ਗੰਦ ਨਦੀਨ ਕੱਢਣ ਵਾਲਾ ਆ, ਕਿਹੜੀ ਜਗ੍ਹਾ ਦੇ ਉੱਤੇ ਪਾਣੀ ਲੱਗਣ ਵਾਲਾ ਆ, ਕਿੱਥੇ ਨੱਕੇ ਮੋੜਨੇ ਆ, ਕਿਹੜੀ ਜਗ੍ਹਾ ਦੇ ਉੱਤੇ ਜਿਹੜੀ ਆ ਉਹ ਰੇ ਸਪਰੇਅ ਹੋਣ ਵਾਲੀ ਆ। ਪਰ ਜਦੋਂ ਇਹਨਾਂ ਚੀਜ਼ਾਂ ਬਾਰੇ ਤੁਸੀਂ ਘਰ ਬੈਠੇ ਰਹੋਗੇ ਤਾਂ ਤੁਹਾਨੂੰ ਕਿਵੇਂ ਪਤਾ ਲੱਗੂਗਾ। ਇਸ ਲਈ ਜ਼ਰੂਰੀ ਇਹ ਹੋ ਜਾਂਦਾ ਹੈ ਕਿ ਜਿਹੜਾ ਆ ਆਪ ਆਪਦੇ ਹੱਥੀਂ ਕੰਮ ਕਰਨਾ ਸਿੱਖੋ। ਜਦੋਂ ਤੁਸੀਂ ਦੂਸਰਿਆਂ ਦੇ ਆਸਰੇ ਕਰੋਗੇ ਨਾ ਤਾਂ ਉਹਨੂੰ ਲਗਨ ਨਹੀਂ ਹੁੰਦੀਗੀ। ਹੁਣ ਜਿਹੜਾ ਤੁਸੀਂ ਦੂਸਰਾ ਬੰਦਾ ਮਤਲਬ ਛੱਡਿਆ ਆ, ਚਾਹੇ ਉਹ ਤੁਹਾਡਾ ਸੀਰੀ ਆ, ਚਾਹੇ ਤੁਹਾਡਾ ਨੌਕਰ ਹੈ, ਚਾਹੇ ਭਾਵੇਂ ਤੁਹਾਡਾ ਘਰ ਦਾ ਕੋਈ ਦੂਸਰਾ ਜੀ ਆ, ਇੱਕ ਬੰਦਾ ਤੇ ਜਿਹੜਾ ਕੰਮ ਕਰਨ ਦਾ ਆਦੀ ਹੈ, ਇੱਕ ਨੂੰ ਧੱਕੇ ਨਾਲ ਭੇਜਿਆ, ਇੱਕ ਨੂੰ ਤਨਖਾਹ ਉੱਤੇ ਤੁਸੀਂ ਰੱਖਿਆ ਤੇ ਤੁਸੀਂ ਉਹਨੂੰ ਭੇਜ ਦਿੱਤਾ ਆ। ਪਰ ਜਿਹੜਾ ਕੰਮ ਤੁਹਾਡੀਆਂ ਅੱਖਾਂ ਨੇ ਕਰਨਾ, ਜਿਹੜਾ ਕੰਮ ਤੁਹਾਡੇ ਤਜਰਬੇ ਨੇ ਕਰਨਾ, ਉਹ ਕਿਵੇਂ ਕੋਈ ਦੂਸਰਾ ਕਰ ਸਕਦਾ। ਇਸ ਕਰਕੇ ਖੇਤੀਬਾੜੀ ਦੇ ਕੰਮ ਵਿੱਚ ਵੀ ਆਪ ਆਉਣਾ ਚਾਹੀਦਾ ਆ। ਔਰ ਇਸੇ ਤਰ੍ਹਾਂ ਹੀ ਗੱਲ ਜਦੋਂ ਆਉਂਦੀ ਹੈ ਵਣਜ ਦੀ। ਹੁਣ ਵਣਜ ਵਪਾਰ ਜਿਹੜੇ ਆ, ਵਪਾਰੀ ਨੂੰ ਪਤਾ ਹੁੰਦਾ ਨਾ ਵੀ ਉਹਨੇ ਕਿੱਥੇ ਜਾ ਕੇ ਉਹ ਚੀਜ਼ ਕਿੱਦਾਂ ਵੇਚਣੀ ਹੈ, ਕਿੱਦਾਂ ਖਰੀਦਣੀ ਹੈ, ਕਿੱਥੋਂ ਲੈ ਕੇ ਆਉਣੀ ਹੈ, ਕਿੰਨੇ ਦੀ ਵੇਚਣੀ ਹੈ, ਕਿੰਨਾ ਮੁਨਾਫਾ ਕੱਢਣਾ ਆ। ਪਰ ਜਿੰਨਾ ਚਿਰ ਉਹ ਆਪ ਨਹੀਂ ਇਹਦੇ ਵਿੱਚ ਇਨਵੋਲਵ ਹੋਊਗਾ ਜਾਂ ਦੂਸਰਿਆਂ ਦੇ ਆਸਰੇ ਉਹ ਵੀ ਆਪਣਾ ਕੰਮ ਛੱਡ ਦੂਗਾ। ਹੁਣ ਮੰਨ ਕੇ ਚੱਲੋ ਕੋਈ ਸੇਠ ਹੈ, ਅਮੀਰ ਹੈ, ਉਹ ਆਪਣਾ ਦੁਕਾਨ ਤੇ ਬਹਿ ਗਿਆ ਆ, ਹੈ ਨਾ, ਆਪਦੀ ਹੱਟੀ ਤੇ ਬਹਿ ਗਿਆ ਤੇ ਉਹ ਆਖੇ ਵੀ ਜੇ ਨੌਕਰਾਂ ਦੇ ਸਿਰ ਤੇ ਛੱਡ ਦਿੰਦੇ ਆ ਤੇ ਜਾਂ ਫਿਰ ਲਾਲਾ ਜੀ ਘਰ ਜਾ ਕੇ ਆਰਾਮ ਕਰਨ ਚਲੇ ਜਾਣ, ਤਾਂ ਚੱਲ ਸਕਦੀ ਹੈ ਹੱਟੀ, ਚੱਲ ਸਕਦਾ ਕਾਰੋਬਾਰ, ਚੱਲ ਸਕਦਾ ਵਪਾਰ। ਕਿਉਂਕਿ ਜੋ ਉਸ ਸੇਠ ਨੂੰ, ਜੋ ਉਸ ਬਾਣੀਏ ਨੂੰ, ਜੋ ਉਸ ਹਟਵਾਣੀਏ ਨੂੰ ਪਤਾ ਆ, ਉਹ ਦੂਜੇ ਬੰਦਿਆਂ ਨੂੰ ਨਹੀਂ ਪਤਾ ਗਾ। ਮੰਨ ਕੇ ਚੱਲੋ ਭਾਵੇਂ ਉੱਥੇ ਮੁੰਡੂ ਰੱਖਿਆ, ਚਾਹੇ ਕੋਈ ਨੌਕਰ ਰੱਖਿਆ ਆ, ਜੇ ਉਹਨਾਂ ਦੇ ਸਿਰ ਤੇ ਛੱਡ ਕੇ ਤੁਸੀਂ ਜਾਂਦੇ ਹੋ ਤੇ ਇਹ ਕਾਰੋਬਾਰ ਇੱਦਾਂ ਕਦੇ ਵੀ ਨਹੀਂ ਚੱਲਣਗੇ। ਕਾਰੋਬਾਰ ਤਾਂ ਉਹ ਹੀ ਚੱਲਣੇ ਨੇ ਜਿਸ ਦੇ ਵਿੱਚ ਤੁਸੀਂ ਆਪ ਖੁੱਭ ਕੇ ਕਰੋਗੇ। ਜਿੰਨਾ ਚਿਰ ਤੁਸੀਂ ਆਪ ਇਹਦੇ ਵਿੱਚ ਸ਼ਾਮਲ ਨਹੀਂ ਹੁੰਦੇ, ਉਨਾ ਚਿਰ ਕਾਰੋਬਾਰ ਨਹੀਂ ਹੋ ਸਕਦਾ। ਔਰ ਅਸੀਂ ਦੇਖਿਆ ਆ, ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਮਿਸਾਲਾਂ ਹੁੰਦੀਆਂ ਕਿ ਫਲਾਣੇ ਦਾ ਕਾਰੋਬਾਰ ਤਬਾਹ ਹੋ ਗਿਆ, ਫਲਾਣੇ ਦੀ ਹੱਟੀ ਬੰਦ ਹੋ ਗਈ। ਕਾਰਨ ਕੀ ਹੁੰਦਾ ਕਿ ਕਈ ਲੋਕ ਜਿਹੜੇ ਆ ਇਹ ਸੋਚਦੇ ਆ ਕਿ ਚਲੋ ਕੋਈ ਨਹੀਂ, ਆਪਣਾ ਕੰਮਕਾਰ ਹੈਗਾ, ਆਪਣੀ ਦੁਕਾਨ ਹੈ। ਕੋਈ ਵੀ ਕੰਮ ਜ਼ਰੂਰੀ ਨਹੀਂ ਕਿ ਕਰਿਆਨੇ ਦਾ ਕੰਮ ਹੀ ਹੋਵੇ, ਕੋਈ ਵੀ ਕੰਮ ਜਿਹੜਾ ਦੁਕਾਨਦਾਰੀ ਵਾਲਾ, ਦੁਕਾਨਦਾਰੀ ਦੇ ਕੰਮ ਵਿੱਚ ਜਿੰਨਾ ਚਿਰ ਬੰਦਾ ਆਪ ਨਹੀਂ ਬੈਠਦਾ, ਔਰ ਜੇ ਛੱਡ ਦਈਏ ਕਿ ਬਾਈ ਬੰਦੇ ਰੱਖੇ ਉਹ ਆਪੇ ਕਰ ਲੈਣਗੇ ਤੇ ਬੰਦੇ ਤੁਹਾਡਾ ਕੰਮ ਨਹੀਂ ਕਰਨਗੇ। ਕਿਉਂਕਿ ਵਾਕਈ ਉਹੀ ਗੱਲ ਆਉਂਦੀ ਹੈ ਕਿ ਜਿਹੜਾ ਤਨਖਾਹੀ ਆ, ਤਨਖਾਹਦਾਰ ਉਸ ਤਰੀਕੇ ਸੋਚੂਗਾ ਵੀ ਉਹਨੇ ਉਨਾ ਕੰਮ ਕਰਨਾ ਆ। ਤੁਸੀਂ ਬੈਠੋਗੇ, ਤੁਸੀਂ ਸੋਚੋਗੇ ਕਿ ਮੈਂ ਇਹ 'ਚੋਂ ਕਮਾਉਣਾ ਵੀ ਆ, ਤਾਂ ਤਨਖਾਹ ਵਾਲੇ ਨੂੰ ਤਨਖਾਹ ਵੀ ਦੇਣੀ ਆ, ਘਰ ਵੀ ਚਲਾਉਣਾ ਆ,
ਤੇ ਵਪਾਰ ਦੇ ਵਿੱਚੋਂ ਲਾਹਾ ਵੀ ਲੈਣਾ ਆ ਤਾਂ ਜਾ ਕੇ ਤਰੱਕੀਆਂ ਹੁੰਦੀਆਂ ਆ। ਪਰ ਗੱਲ ਤਾਂ ਉਹੀ ਹੁੰਦੀ ਹੈ ਨਾ ਕਿ ਜਦੋਂ ਅਸੀਂ ਦੂਸਰੇ ਆਸਰੇ ਛੱਡਦੇ ਹਾਂ ਉਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੁੰਦੇ, ਚਾਹੇ ਉਹ ਖੇਤੀ ਹੋਵੇ ਚਾਹੇ ਵਪਾਰ ਹੋਵੇ। ਸਾਨੂੰ ਉਹਦੇ ਵਿੱਚ ਖੁੱਭ ਕੇ ਕੰਮ ਕਰਨਾ ਚਾਹੀਦਾ, ਦਿਲ ਲਗਾ ਕੇ ਕੰਮ ਕਰਨਾ ਚਾਹੀਦਾ ਤਾਂ ਜੋ ਅਸੀਂ ਉਸ ਦੇ ਵਿੱਚ ਕਾਮਯਾਬ ਹੋ ਸਕੀਏ। ਨਹੀਂ ਤਾਂ ਜਿਹੜੇ ਕਾਮਯਾਬ ਨਹੀਂ ਹੋਏ ਉਹਨਾਂ ਵਾਸਤੇ ਹੀ ਸਾਡੇ ਸਿਆਣਿਆਂ ਨੇ ਇਹ ਤੱਥ ਕੱਢੇ ਸੀ ਕਿ ਪਰ ਹੱਥੀਂ ਵਣਜ ਸੁਨੇਹੀ ਖੇਤੀ, ਕਦੇ ਨਾ ਹੁੰਦੇ ਬੱਤੀਓਂ ਤੇਤੀ। ਧੰਨਵਾਦ।